सत श्री अकाल। पंजाबी विदेश न्यूज़ देख रहे दर्शकों का बहुत बहुत स्वागत है। मैं कमलप्रीत कौर हाजिर हाँ अज दी ताज़ा खबरां लैके। हर देश दी इमीग्रेशन संबंधित सही ते ताज़ा खबरां देखने लई अज ही पंजाबी विदेश न्यूज़ चैनल नूं सबसक्राइब करो। नीचे दिते रैड बटन ते क्लिक करो ते नाल ही बैल आइकन बटन ते प्रेस करो ताकि तुहानूं हर वीडियो सब तो पहलां मिल सके। अज दीयां हैडलाइनस ते एक नज़र मारदे हां। ओंटारियो विच निकलिया PNP ड्रा, किहड़े फील्ड वाले कर सकते हैं अपलाई ते किन्ने रहे स्कोर, अगे विस्तार विच दसांगी। जिन्हां दा PR वीज़ा एक्सपायर हो गया वो किहड़ा फॉर्म भर के कैनेडा आ सकते हैं ते PR एक्सपायर होण ते भी कैनेडा ने हटाई ट्रैवल रोक, अगे विस्तार विच दसांगे। हुण खबरां विस्तार विच। ओंटारियो ਵੱਲੋਂ ਇਹ ਤੀਜਾ ਟੈਕ ਡਰਾ ਕੱਢਿਆ ਗਿਆ 2020 ਵਿੱਚ, ਜਿਸ ਵਿੱਚ ਉਹਨਾਂ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਜਿਨ੍ਹਾਂ ਕੋਲ ओंटारियो PNP ਵਿੱਚ ਦੱਸੇ ਗਏ ਕੰਮਾਂ ਵਿੱਚ ਤਜਰਬਾ ਹੈ। ओंटारियो ਵੱਲੋਂ ਕੱਢੇ ਗਏ ਡਰਾਜ਼ ਵਿੱਚ 29 ਜੁਲਾਈ 2020 ਨੂੰ ਕੱਢਿਆ ਗਿਆ ਡਰਾ ਇਸ ਸਾਲ ਦਾ ਸਭ ਤੋਂ ਵੱਡਾ ਡਰਾ ਸੀ, ਜਿਸ ਵਿੱਚ 1268 ਇਨਵੀਟੇਸ਼ਨ ਭੇਜੇ ਗਏ जो व्यक्ति योग्यता रखते सी एक्सप्रैस एंट्री ह्यूमन कैपिटल प्रॉपर्टी स्ट्रीम के अंदर। इस ड्रा ਲਈ स्कोर 463 ਤੋਂ ਲੈ ਕੇ 477 ਦੇ ਵਿੱਚ ਰਹੇ ਹਨ। ਇਸ ਸਟਰੀਮ ਦੇ ਅੰਦਰ ਜੌਬ ਆਫਰ ਲੈਟਰ ਨਹੀਂ ਚਾਹੀਦਾ ਸੀ, ਜਿਸ ਵਿੱਚ ਸਿਰਫ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੀ ਉਹਨਾਂ ਕੰਮਾਂ ਵਿੱਚੋਂ ਇੱਕ ਕੰਮ ਵਿੱਚ ਜੋ ਇਸ ਪ੍ਰੋਗਰਾਮ ਵਿੱਚ ਦੱਸੇ ਗਏ ਹਨ, ਜੋ ਕੁਝ ਇਸ ਤਰ੍ਹਾਂ ਹਨ। ਪਹਿਲਾ, ਕੰਪਿਊਟਰ ਐਂਡ ਇੰਫੋਰਮੇਸ਼ਨ ਸਿਸਟਮਸ ਮੈਨੇਜਰਸ। ਦੂਜਾ, कंप्यूटर इंजीनियर्स। तीजा, डाटाबेस एनालिस्ट एंड डाटा एडमिनिस्ट्रेटर्स। चौथा, सॉफ्टवेयर इंजीनियर्स एंड डिज़ाइनर्स। पंजवां, कंप्यूटर प्रोग्रामर एंड इंटरैक्टिव मीडिया डेवलपर्स। छेवां, वैब डिज़ाइनर्स एंड डेवलपर्स। ਤੇ ਉਹਨਾਂ ਨੂੰ ਆਪਣੀ ਐਕਸਪ੍ਰੈਸ ਐਂਟਰੀ ਸਟਰੀਮ ਦੇ ਅੰਦਰ ਪ੍ਰੋਫਾਈਲ ਬਣਾਉਣੀ ਹੋਵੇਗੀ। ਜਿਨ੍ਹਾਂ ਵਿਅਕਤੀਆਂ ਨੂੰ ਨੋਟੀਫਿਕੇਸ਼ਨ ਆਫ ਇੰਟਰਸਟ ਲੈਟਰ ਮਿਲ ਗਿਆ ਹੈ ओंटारियो ਵੱਲੋਂ, ਉਹਨਾਂ ਨੂੰ 45 ਦਿਨਾਂ ਵਿੱਚ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣੀ ਹੋਵੇਗੀ। ਜੇ ਤੁਸੀਂ ਇਸ ਰਾਹੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੈਨੇਡਾ ਐਕਸਪ੍ਰੈਸ ਐਂਟਰੀ ਸਟਰੀਮ ਦੇ ਅਧੀਨ ਆਪਣੀ ਪ੍ਰੋਫਾਈਲ ਬਣਾਉਣੀ ਹੋਵੇਗੀ ਤਾਂ ਜੋ ਤੁਸੀਂ OINP ਟੈਕ ਡਰਾ ਦੇ ਅਧੀਨ ਇਨਵੀਟੇਸ਼ਨ ਲੈਣ ਦੇ ਯੋਗ ਹੋ ਸਕੋ। ਐਕਸਪ੍ਰੈਸ ਐਂਟਰੀ ਦੇ ਅਧੀਨ 3 ਕੈਟਾਗਰੀਜ਼ ਹਨ ਜਿਨ੍ਹਾਂ ਦੇ ਨਾਲ ਫਾਈਲਸ ਦੀ ਵੰਡ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਦੂਜਾ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ, ਤੀਜਾ ਕੈਨੇਡੀਅਨ ਐਕਸਪੀਰੀਅੰਸ ਕਲਾਸ। ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਫਿਰ ਪੜ੍ਹਾਈ, ਕੰਮ ਦੇ ਤਜਰਬੇ, ਉਮਰ, ਇੰਗਲਿਸ਼ ਜਾਂ ਫ੍ਰੈਂਚ ਟੈਸਟ ਵਿੱਚੋਂ ਨੰਬਰ ਦੇ ਆਧਾਰ 'ਤੇ CS ਸਕੋਰ ਦਿੱਤੇ ਜਾਂਦੇ ਹਨ। ਜਿਨ੍ਹਾਂ ਦੇ CRS ਸਕੋਰ ਜ਼ਿਆਦਾ ਹੁੰਦੇ ਹਨ ਉਹਨਾਂ ਨੂੰ ਇਨਵੀਟੇਸ਼ਨ ਭੇਜੇ ਜਾਂਦੇ ਹਨ। OINP ਟੈਕ ਡਰਾ ਵਿੱਚ ਐਕਸਪ੍ਰੈਸ ਐਂਟਰੀ ਪੂਲ ਵਿੱਚੋਂ ਕੈਂਡੀਡੇਟਸ ਲਏ ਜਾਂਦੇ ਹਨ ਅਤੇ ਫਿਰ ਉਹਨਾਂ ਨੂੰ ओंटारियो ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਇਨਵੀਟੇਸ਼ਨ ਭੇਜੇ ਜਾਂਦੇ ਹਨ। ਜਦ ਇਹ ਸਾਰਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ ਤਾਂ ਉਹਨਾਂ ਟੈਕਨੋਲੋਜੀ ਫੀਲਡ ਵਿੱਚ ओंटारियो ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਦੂਜੀ ਵੱਡੀ ਖਬਰ ਵੱਲ ਰੁਖ ਕਰਦੇ ਹਾਂ। ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਉਹਨਾਂ ਲੋਕਾਂ ਤੋਂ ਟਰੈਵਲ ਰੋਕ ਹਟਾ ਦਿੱਤੀ ਹੈ ਜਿਨ੍ਹਾਂ ਦਾ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਐਕਸਪਾਇਰ ਹੋ ਗਿਆ ਸੀ ਜਾਂ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਜਾਂ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਹੈ। ਜਿਨ੍ਹਾਂ ਲੋਕਾਂ ਨੂੰ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਲੈਟਰ ਮਿਲਿਆ ਸੀ ਜਾਂ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਹੈ ਪਰ ਹੁਣ ਐਕਸਪਾਇਰ ਹੋ ਗਿਆ ਹੈ, ਉਹਨਾਂ ਨੂੰ ਕੈਨੇਡਾ ਵਿੱਚ ਐਕਸਪਾਇਰ ਵੀਜ਼ਾ ਨਾਲ ਵੀ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੈਨੇਡਾ ਨੇ ਵੱਖਰੀਆਂ ਹਦਾਇਤਾਂ ਬਣਾਈਆਂ ਹਨ ਉਹਨਾਂ ਲਈ ਜਿਨ੍ਹਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਤਾਂ ਹੈ ਪਰ ਉਸ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹਨਾਂ ਨੇ US ਜਾਂ ਕਿਸੇ ਹੋਰ ਦੇਸ਼ ਤੋਂ ਕੈਨੇਡਾ ਵਿੱਚ ਆਉਣਾ ਸੀ। ਜਿਨ੍ਹਾਂ ਨੂੰ US ਤੋਂ ਬਿਨਾਂ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ 18 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਮਿਲ ਗਿਆ ਸੀ, ਉਹ ਇਸ ਲਈ ਨਵੀਂ ਪਾਲਿਸੀ ਵਿੱਚ ਯੋਗਤਾ ਰੱਖਦੇ ਹਨ। ਸਿਰਫ ਉਹਨਾਂ ਨੂੰ ਕੈਨੇਡਾ ਵਿੱਚ ਆ ਕੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਹ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹਨ ਕੈਨੇਡਾ ਵਿੱਚ ਆ ਕੇ। ਹੁਣ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਹਦਾਇਤਾਂ ਦੱਸਦੇ ਹਾਂ। ਜੋ ਵਿਅਕਤੀ US ਤੋਂ ਬਿਨਾਂ ਕਿਸੇ ਹੋਰ ਦੇਸ਼ ਤੋਂ ਹਨ ਉਹਨਾਂ ਕੋਲ ਵੈਲਿਡ ਕਨਫਰਮੇਸ਼ਨ ਹੈ ਪਰਮਾਨੈਂਟ ਰੈਜ਼ੀਡੈਂਸੀ ਲਈ ਜਾਂ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਹੈ ਤਾਂ ਇਹ ਵੀਜ਼ਾ ਉਹਨਾਂ ਨੂੰ 18 ਮਾਰਚ ਜਾਂ 18 ਮਾਰਚ ਤੋਂ ਪਹਿਲਾਂ ਮਿਲਿਆ ਸੀ ਅਤੇ ਉਹਨਾਂ ਦਾ ਵੀਜ਼ਾ ਹਲੇ ਐਕਸਪਾਇਰ ਨਹੀਂ ਹੋਇਆ। ਉਹਨਾਂ ਲਈ ਹਦਾਇਤਾਂ ਹਨ। ਪਹਿਲਾ, ਉਹ ਵਿਅਕਤੀ ਹੁਣ ਕੈਨੇਡਾ ਲਈ ਟਰੈਵਲ ਕਰ ਸਕਦੇ ਹਨ। ਦੂਜਾ, ਉਹਨਾਂ ਨੂੰ ਐਕਸਪਾਇਰ ਹੋਏ ਡਾਕੂਮੈਂਟਸ ਨਾਲ ਵੀ ਨੌਨ ਡਿਸਕ੍ਰਿਸ਼ਨਰੀ ਰੀਜ਼ਨ ਕਰਕੇ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਤੀਜਾ, ਉਹਨਾਂ ਨੂੰ 14 ਦਿਨ ਕੁਆਰੰਟਾਈਨ ਕਰਨਾ ਹੋਵੇਗਾ। ਹੁਣ ਗੱਲ ਕਰਦੇ ਹਾਂ ਜਿਨ੍ਹਾਂ ਨੇ US ਤੋਂ ਆਉਣਾ ਉਹਨਾਂ ਕੋਲ ਜੇ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਹੈ ਤਾਂ ਉਹਨਾਂ ਲਈ ਕੀ ਹਦਾਇਤਾਂ ਹਨ।
ਪਹਿਲਾ ਉਹਨਾਂ ਕੋਲ ਐਪਲੀਕੇਸ਼ਨ ਅਪਰੂਵਲ ਲੈਟਰ ਹੋਣਾ ਚਾਹੀਦਾ ਹੈ। ਦੂਜਾ, ਉਹਨਾਂ ਕੋਲ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਅਤੇ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਵੀ ਹੋਣਾ ਚਾਹੀਦਾ ਹੈ ਤੇ ਐਕਸਪਾਇਰ ਨਾ ਹੋਇਆ ਹੋਵੇ। ਤੀਜਾ, ਉਹ ਆਪਣੇ ਆਪ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰਨਗੇ ਕੈਨੇਡਾ ਵਿੱਚ ਆ ਕੇ। ਹੁਣ ਉਹਨਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ, ਜਿਨ੍ਹਾਂ ਦਾ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਅਤੇ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਐਕਸਪਾਇਰ ਹੋ ਗਿਆ ਤੇ ਉਹਨਾਂ ਨੇ US ਤੋਂ ਬਿਨਾਂ ਕਿਸੇ ਹੋਰ ਦੇਸ਼ ਤੋਂ ਕੈਨੇਡਾ ਆਉਣਾ ਹੈ। ਉਹਨਾਂ ਲਈ ਹਦਾਇਤਾਂ ਕੁਝ ਇਸ ਤਰ੍ਹਾਂ ਹਨ। ਪਹਿਲਾ, ਉਹਨਾਂ ਕੋਲ ਸਬੂਤ ਦੇ ਤੌਰ ਤੇ ਦਸਤਾਵੇਜ਼ ਹੋਣਾ ਚਾਹੀਦਾ ਹੈ ਜਿਸ ਵਿੱਚ ਉਹਨਾਂ ਦਾ ਸੈਟਲ ਇਨ ਕੈਨੇਡਾ ਪਲਾਨ ਨੂੰ ਮਨਜ਼ੂਰੀ ਦਿੱਤੀ ਹੋਵੇ। ਦੂਜਾ ਸਬੂਤ, ਉਹਨਾਂ ਦੇ ਕੁਆਰੰਟਾਈਨ ਪਲਾਨ ਨੂੰ ਮਨਜ਼ੂਰੀ ਮਿਲੀ ਹੋਵੇ। ਤੀਜਾ, ਪ੍ਰਪੋਜ਼ਲ ਟਰੈਵਲ ਇਟਨਰੀ ਚਾਹੀਦੀ ਹੈ। ਜਿਨ੍ਹਾਂ ਨੇ US ਤੋਂ ਆਉਣਾ ਤੇ ਉਹਨਾਂ ਦਾ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਅਤੇ ਪਰਮਾਨੈਂਟ ਰੈਜ਼ੀਡੈਂਸੀ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ, ਉਹਨਾਂ ਲਈ ਹਦਾਇਤਾਂ ਕੁਝ ਇਸ ਤਰ੍ਹਾਂ ਹਨ। ਸਭ ਤੋਂ ਪਹਿਲਾਂ ਉਹਨਾਂ ਦੀ ਐਪਲੀਕੇਸ਼ਨ ਅਪਰੂਵ ਹੋਈ ਹੋਵੇ। ਦੂਜਾ, ਉਹਨਾਂ ਨੂੰ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ ਅਤੇ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਮਿਲ ਗਿਆ ਹੋਵੇ। ਤੀਜਾ, ਉਹਨਾਂ ਦਾ 14 ਦਿਨ ਦਾ ਕੁਆਰੰਟਾਈਨ ਪਲਾਨ ਹੋਣਾ ਚਾਹੀਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਕੋਲ ਐਕਸਪਾਇਰ ਕਨਫਰਮੇਸ਼ਨ ਪਰਮਾਨੈਂਟ ਰੈਜ਼ੀਡੈਂਸੀ ਹੈ ਜਾਂ ਫਿਰ ਐਕਸਪਾਇਰ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਹੈ, ਉਹਨਾਂ ਨੂੰ ਕੈਨੇਡਾ ਆਉਣ ਲਈ ਕੀ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨਾਲ ਸੰਪਰਕ ਕਰਨਾ ਹੋਵੇਗਾ ਵੈਬ ਫਾਰਮ ਦੇ ਰਾਹੀਂ, ਜਿਸ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ। ਵੈਬ ਫਾਰਮ ਦੇ ਆਖਿਰ ਵਿੱਚ ਤੁਹਾਨੂੰ ਟੈਲ ਅਸ ਮੋਰ ਦਾ ਬਟਨ ਮਿਲੇਗਾ ਜਿਸ ਤੇ ਕਲਿੱਕ ਕਰਕੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਪਰਕ ਕਰਨਾ ਹੈ, ਜਿਸ ਵਿੱਚ ਤੁਹਾਨੂੰ ਰੈਜ਼ੀਡੈਂਸੀ ਐਕਸਪਾਇਰੀ ਡੇਟ ਅਤੇ ਨਾਨ ਡਿਕਟੇਸ਼ਨਰੀ ਕਾਰਨ ਦੱਸਣਾ ਹੋਵੇਗਾ। ਫਿਰ IRCC ਵੱਲੋਂ ਇਹ ਵੈਬ ਫਾਰਮ ਪ੍ਰੋਸੈਸ ਹੋਣ ਲਈ ਭੇਜਿਆ ਜਾਵੇਗਾ। ਅੱਗੇ ਤੁਹਾਨੂੰ ਦੱਸਦੇ ਹਾਂ ਕਿਹੜੇ ਦਸਤਾਵੇਜ਼ ਦੇ ਆਧਾਰ ਤੇ ਇਹ ਵੈਬ ਫਾਰਮ ਪ੍ਰੋਸੈਸ ਕੀਤਾ ਜਾਵੇਗਾ। ਪਹਿਲਾ, ਤੁਹਾਡੇ ਕੋਲ ਕੈਨੇਡਾ ਵਿੱਚ ਸੈਟਲ ਹੋਣ ਦਾ ਸਵੀਕਾਰਯੋਗ ਪਲਾਨ ਹੋਣਾ ਚਾਹੀਦਾ ਹੈ ਜੋ ਤੁਹਾਡੇ ਕੈਨੇਡਾ ਵਿੱਚ ਰਹਿਣ ਦੀ ਸਿਚੁਏਸ਼ਨ ਬਿਆਨ ਕਰੇ, ਜਿਵੇਂ ਕੈਨੇਡਾ ਤੁਸੀਂ ਕਿਸ ਐਡਰੈਸ ਤੇ ਰਹੋਗੇ, ਉਸ ਦਾ ਲੀਜ਼ ਐਗਰੀਮੈਂਟ, ਹੋਮ ਓਨਰਸ਼ਿਪ ਡਾਕੂਮੈਂਟ ਜਾਂ ਕੈਨੇਡਾ ਵਿੱਚ ਇੰਪਲੋਇਮੈਂਟ ਪਲਾਨ ਕੀ ਹੈ, ਜਿਵੇਂ ਕਿਸ ਲੋਕੇਸ਼ਨ ਤੇ ਕੰਮ ਕਰੋਗੇ, ਇੰਪਲੋਇਰ ਤੋਂ ਜੌਬ ਆਫਰ ਲੈਟਰ। ਦੂਜਾ, ਤੁਹਾਡੇ ਕੋਲ ਕੈਨੇਡਾ ਵਿੱਚ 14 ਦਿਨ ਕੁਆਰੰਟਾਈਨ ਕਰਨ ਦਾ ਪਲਾਨ ਹੋਣਾ ਚਾਹੀਦਾ ਹੈ ਤੇ ਕੁਆਰੰਟਾਈਨ ਲਈ ਫੰਡਸ ਦਿਖਾਉਣੇ ਹੋਣਗੇ ਤੇ ਕਿਵੇਂ ਤੁਹਾਨੂੰ ਗਰੋਸਰੀ ਮਿਲੇਗੀ ਜਾਂ ਹੋਰ ਤੁਹਾਡੀਆਂ ਜ਼ਰੂਰਤਾਂ ਤੁਸੀਂ ਕਿਵੇਂ ਪੂਰੀਆਂ ਕਰੋਗੇ। ਤੀਜਾ, ਪ੍ਰਪੋਜ਼ਡ ਟਰੈਵਲ ਇਟਨਰੀ ਹੋਣਾ ਚਾਹੀਦਾ ਹੈ, ਜਿਵੇਂ ਟਰੈਵਲ ਕਰਨ ਲਈ ਟਿਕਟ। ਇੱਥੇ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਨੇ ਪਰਮਾਨੈਂਟ ਰੈਜ਼ੀਡੈਂਸੀ ਲਈ ਨਵੀਆਂ ਐਪਲੀਕੇਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੋ ਵੀ ਫਾਈਲ ਲਗਾਉਣਾ ਚਾਹੁੰਦੇ ਹਨ ਉਹ ਲਗਾ ਸਕਦੇ ਹਨ। ਜਿਵੇਂ ਕੋਵਿਡ ਤੋਂ ਪਹਿਲਾਂ ਫਾਈਲਾਂ ਪ੍ਰੋਸੈਸ ਕੀਤੀਆਂ ਜਾਂਦੀਆਂ ਸਨ, ਉਵੇਂ ਹੀ ਹੁਣ ਪਰਮਾਨੈਂਟ ਰੈਜ਼ੀਡੈਂਸੀ ਲਈ ਫਾਈਲਾਂ ਪ੍ਰੋਸੈਸ ਕੀਤੀਆਂ ਜਾਣਗੀਆਂ। ਨਵੀਆਂ ਫਾਈਲਾਂ ਵਿੱਚ ਜੋ ਦਸਤਾਵੇਜ਼ ਨਾ ਪੂਰੇ ਹੋਣ ਕਰਕੇ ਪ੍ਰੋਸੈਸ ਹੋਣ ਤੋਂ ਰੁਕਿਆ ਹੋਇਆ ਸਨ, ਉਹ ਹੁਣ 90 ਦਿਨਾਂ ਵਿੱਚ ਪ੍ਰੋਸੈਸ ਹੋ ਜਾਣਗੀਆਂ। ਜੋ ਖਬਰਾਂ ਵੀਡੀਓ ਵਿੱਚ ਦੱਸੀਆਂ ਗਈਆਂ ਹਨ, ਜੇ ਉਹਨਾਂ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤੇ ਗਏ ਹਨ, ਉਸ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਜੇ ਤੁਸੀਂ ਹੋਰ ਵਿਦੇਸ਼ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।